Hello students, welcome to my YouTube channel The Quest Maths for All by तूर सर। लास्ट टॉपिक में हम लोगों ने डिस्कस किया था रिलेशंस एंड फंक्शंस, टाइप्स ऑफ रिलेशंस, और उसके बाद हम लोगों ने टाइप्स ऑफ फंक्शंस, और आज हम लोग स्टडी करेंगे, लर्न करेंगे कंपोजिशंस ऑफ फंक्शन। देखेंगे कि हम लोग कैसे दो फंक्शंस को हम लोग कंबाइन करके एक नया फंक्शन डिफाइन करते हैं। तुसी इस चैनल ਨੂੰ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ ਤੇ ਨੀਚੇ ਬੈਲ ਆਈਕਨ ਤੋਂ ਡੈਫੀਨਿਟਲੀ ਤੁਸੀਂ ਉਹਨੂੰ ਪ੍ਰੈਸ ਕਰਨਾ ਹੈ ਤਾਂ ਕਿ ਤੁਹਾਨੂੰ ਮੇਰੇ ਨਵੇਂ-ਨਵੇਂ ਲੈਕਚਰਸ, ਨਵੇਂ-ਨਵੇਂ ਆਪਣੇ ਟੌਪਿਕਸ ਦੇ ਨੋਟੀਫਿਕੇਸ਼ਨਸ ਮਿਲਦੇ ਰਹਿਣ ਔਰ ਤੁਹਾਡਾ ਕੋਈ ਵੀ ਟੌਪਿਕ ਜਿਹੜਾ ਹੈ ਉਹ ਮਿਸ ਨਾ ਹੋਵੇ। तो चलो स्टार्ट करते हैं ਆਪਾਂ ਕੰਪੋਜੀਸ਼ਨਸ ਆਫ ਫੰਕਸ਼ਨਸ। ਸੀ ਦਾ ਡੈਫੀਨੇਸ਼ਨ ਕੰਪੋਜੀਸ਼ਨ ਆਫ ਫੰਕਸ਼ਨਸ ਦੀ ਡੈਫੀਨੇਸ਼ਨ ਦੇ ਲਈ ਆਪਾਂ ਚੱਲਦੇ ਹਾਂ, ਦੋ ਸੈਟ ਆਪਾਂ ਮੰਨਦੇ ਹਾਂ ਉਹਦੇ ਵਿੱਚ। ਪਹਿਲੇ ਫੰਕਸ਼ਨਸ ਦੇ ਲਈ a to b we have two sets here and the function defined as f, and f, or in other words we can say that let's we have a first function from set a to set b, and let's define another function g from b to c, another third set। ठीक है, एक सेट ਆਪਾਂ ਹੋਰ ਲੈ ਲਿਆ c। so let these be two functions, then the composition of f and g denoted by GOF, okay, composition of GF or F for G, ठीक है, and is defined by GOF from A to C। मतलब पहला फंक्शन है A to B ਤੋਂ, दूसरा फंक्शन है B to C ਤੋਂ, ਤੇ ਜੇ ਆਪਾਂ ਇਹਨਾਂ ਦਾ ਕੰਪੋਜੀਸ਼ਨ ਕਰਾਂਗੇ ਉਹਨੂੰ ਆਪਾਂ ਲਿਖਾਂਗੇ, ਆਪਾਂ F और G ਦਾ ਕੰਪੋਜੀਸ਼ਨ ਕਰ ਰਹੇ ਹਾਂ and we are writing like GOF, okay, GOF means composition of F and G। और ਇੱਥੇ ਆਪਾਂ ਇਸ ਫੰਕਸ਼ਨ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਔਰ ਜਿਹੜਾ ਕੰਪੋਜੀਸ਼ਨ ਕਰਕੇ ਆਪਾਂ ਕੋਲ ਰਿਜ਼ਲਟਿੰਗ ਫੰਕਸ਼ਨ ਆਏਗਾ that is from A set to C set। we can understand this definition with the help of this diagram। ठीक है, here we have three sets, A set, B set and C set, consisting of these elements। X are all elements that belongs to A, Fx are all elements belongs to B and Gfx belongs to C। ओके, तो ਆਪਾਂ ਇੱਕ ਫੰਕਸ਼ਨ ਡਿਫਾਈਨ ਕਰ ਰਹੇ ਹਾਂ a to b, ਫਿਰ b to c। ਜਦੋਂ ਆਪਾਂ ਇਹਦਾ ਕੰਪੋਜੀਸ਼ਨ ਕਰ ਲਾਂਗੇ ਤਾਂ ਫਿਰ ਆਪਾਂ ਨੂੰ ਫੰਕਸ਼ਨ ਆਏਗਾ gof from a to c। ਸੋ ਦਿਸ ਇਜ਼ ਦਾ ਡੈਫੀਨੇਸ਼ਨ। ਸੋ ਕੰਪੋਜੀਸ਼ਨ ਕੀ ਹੈ? ਇੱਕ ਤੋਂ ਜ਼ਿਆਦਾ ਫੰਕਸ਼ਨਸ ਨੂੰ ਆਪਸ ਵਿੱਚ ਕੰਬਾਈਨ ਕਰਨਾ, ਕੰਪੋਜੀਸ਼ਨ ਕਰਨਾ, ਉਹਨਾਂ ਦਾ ਇੱਕ ਤਰ੍ਹਾਂ ਦਾ ਆਪਾਂ ਉਹਨਾਂ ਨੂੰ ਇਕੱਠਾ ਕਰ ਦਿੰਦੇ ਹਾਂ। ਇੱਕ ਰੀਅਲ ਲਾਈਫ ਐਗਜ਼ਾਮਪਲ ਤੋਂ ਆਪਾਂ ਇਹਨੂੰ ਸਮਝ ਸਕਦੇ ਹਾਂ। ਜਿਵੇਂ ਕਈ ਵਾਰ ਜਦੋਂ ਬੋਰਡ ਦੇ ਐਗਜ਼ਾਮਸ ਹੁੰਦੇ ਨੇ ਤਾਂ ਸਟੂਡੈਂਟਸ ਨੂੰ, ਇੱਥੇ ਦਾ ਹੋ ਗਿਆ ਸਟੂਡੈਂਟਸ ਦੇ ਨੰਬਰ, ਤਾਂ ਸਟੂਡੈਂਟਸ ਦੇ ਨੰਬਰ ਨੂੰ A ਸੈੱਟ ਮੰਨ ਲੈਂਦੇ ਆ ਕਿ ਇਹ ਕਲਾਸ ਦੇ ਵਿੱਚ ਮੰਨ ਲਓ 50 ਸਟੂਡੈਂਟਸ ਨੇ ਜਾਂ 100 ਸਟੂਡੈਂਟਸ ਨੇ, ਉਹਨਾਂ ਦੇ ਨੰਬਰ ਹੋ ਗਿਆ, ਉਹ ਸੈੱਟ ਹੋ ਗਿਆ A। ਠੀਕ ਹੈ, ਫਿਰ ਉਹ ਸਟੂਡੈਂਟਸ ਨੂੰ ਬੋਰਡ ਵੱਲੋਂ ਰੋਲ ਨੰਬਰਸ ਆਉਂਦੇ ਨੇ ਤਾਂ ਉਹ ਸੈੱਟ ਹੋ ਗਿਆ B। ਪਰ ਜਦੋਂ ਸਟੂਡੈਂਟਸ ਆਪਣੇ ਰੋਲ ਨੰਬਰ ਲਿਖਦੇ ਨੇ ਤੇ ਜਦੋਂ ਉਹ ਬੋਰਡ ਦੀ ਕਲਾਸਿਸ ਵਿੱਚ ਜਾਂਦੇ ਨੇ, ਬੋਰਡ ਵਿੱਚ ਜਾਂਦੇ ਨੇ ਚੈੱਕ ਹੋਣ ਵਾਸਤੇ, ਤਾਂ ਉਦੋਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਰੋਲ ਨੰਬਰ ਨੇ, ਐਕਚੁਅਲ ਰੋਲ ਨੰਬਰ ਨੇ, ਉਹ ਤਾਂ ਛੁਪਾ ਦਿੱਤੇ ਜਾਂਦੇ ਨੇ ਤੇ ਉਹਦੀ ਜਗ੍ਹਾ ਤੇ ਉਹਨਾਂ ਨੂੰ ਕੋਡ ਦਿੱਤੇ ਜਾਂਦੇ ਨੇ ਕਿ ਇਸ ਰੋਲ ਨੰਬਰ ਨੂੰ ਆਹ ਕੋਡ ਦੇਤਾ। ਇਹਦਾ ਮਤਲਬ ਹੈ ਰੋਲ ਨੰਬਰਸ ਤੋਂ ਕੋਡ ਦਿੱਤੇ ਗਏ। ਤਾਂ ਸਟੂਡੈਂਟ ਹੁਣ ਕਿੱਥੋਂ ਡਾਇਰੈਕਟ ਰਿਲੇਟਡ ਹੋ ਗਿਆ? ਹੁਣ ਸਟੂਡੈਂਟਸ ਆਫ ਨੰਬਰ ਤੋਂ ਸਿੱਧਾ ਕੋਡਿੰਗ ਤੇ ਚਲਾ ਗਿਆ। ਵਿੱਚੋਂ ਉਹਦੀ ਕੰਪੋਜੀਸ਼ਨ ਕਿੱਥੋਂ ਹੋ ਗਈ? ਹੁਣ A to C। ਤਾਂ ਆ ਮਤਲਬ ਹੈ ਕਿ ਤਿੰਨ ਸੈੱਟ ਨੂੰ, ਮਤਲਬ ਪਹਿਲੇ ਸਟੂਡੈਂਟ ਦਾ ਨੰਬਰ ਸੀ, ਫਿਰ ਉਹਨਾਂ ਦਾ ਰੋਲ ਨੰਬਰ ਸੀ, ਹੁਣ ਰੋਲ ਨੰਬਰ ਵਿੱਚੋਂ ਕੱਟਤੇ ਉਹਨਾਂ ਨੇ ਤੇ ਹਰ ਇੱਕ ਰੋਲ ਨੰਬਰ ਨੂੰ ਇੱਕ ਕੋਡ ਦੇ ਦਿੱਤਾ, ਤੇ ਫਸਟ ਸਟੂਡੈਂਟ ਦਾ ਇੱਕ ਆਹ ਕੋਡ ਹੋ ਗਿਆ, ਦੂਸਰੇ ਦਾ ਆਹ ਕੋਡ ਹੋ ਗਿਆ, ਮਤਲਬ ਹੁਣ ਉਹ ਥਰਡ ਸੈੱਟ ਨਾਲ ਰਿਲੇਟਡ ਹੋ ਗਏ। ਤਾਂ ਕੰਪੋਜੀਸ਼ਨ ਦਾ ਆ ਮਤਲਬ ਹੈ। ਹੁਣ ਆਪਾਂ ਇਸ ਡੈਫੀਨੇਸ਼ਨਸ ਨੂੰ ਆਪਾਂ ਕੁਝ ਐਗਜ਼ਾਮਪਲਸ ਨਾਲ ਸਮਝਾਂਗੇ ਕਿ ਕਿਸ ਤਰ੍ਹਾਂ ਆਪਾਂ ਦੋ ਫੰਕਸ਼ਨਸ ਦਾ ਆਪਸ ਵਿੱਚ ਕੰਬਾਈਨ ਕਰ ਸਕਦੇ ਹਾਂ, ਉਹਨਾਂ ਦਾ ਕੰਪੋਜੀਸ਼ਨ ਕਰ ਸਕਦੇ ਹਾਂ। ਤਾਂ ਆਪਾਂ ਇਸ ਬਹੁਤ ਹੀ ਈਜ਼ੀ ਐਗਜ਼ਾਮਪਲ ਤੋਂ ਸਟਾਰਟ ਕਰਦੇ ਹਾਂ ਕਿ ਆਪਾਂ ਕਿਵੇਂ ਦੋ ਫੰਕਸ਼ਨਸ ਨੂੰ ਆਪਸ ਵਿੱਚ ਕੰਬਾਈਨ ਕਰ ਸਕਦੇ ਹਾਂ, ਤੇ ਕੰਬਾਈਨ ਕਰਕੇ ਆਪਣੇ ਕੋਲ ਇੱਕ ਨਵਾਂ ਰਿਜ਼ਲਟ ਆ ਜਾਂਦਾ ਹੈ, that is from set A to set C। ਦੇਖੋ ਬੜੀ ਈਜ਼ੀ ਐਗਜ਼ਾਮਪਲ ਹੈ। ਇੱਥੇ ਦੋ ਫੰਕਸ਼ਨਸ ਆਪਾਂ ਨੂੰ ਦਿੱਤੇ ਨੇ। let f be a function defined from this set to this set, okay, vary from this set to this set, this is A set, B set, then B to C, okay, here we have the common set as B set, and we have another function G defined from this same set A to B, B to C, C is another different one, okay।
and these two functions are defined as the value of the function at 2 is 3, value of the function f as 3 is 4, value of the function f as 4 5 is 5, and value of g function at 3 at 4 is 7, and value of g function at 5 and 9 at 11. ਹੁਣ ਉਹ ਕਹਿੰਦਾ ਇਹਨਾਂ ਨੂੰ ਤੁਸੀਂ ਕੰਬਾਈਨ ਕਰਕੇ ਦਿਖਾਓ GOF ਕੱਢੋ। GOF ਕੱਢਣ ਦਾ ਮਤਲਬ ਹੈ ਤੁਸੀਂ ਆਹ ਵੈਲਿਊ ਲੈਣੀ ਹੈ। GOF ਕਿੱਥੋਂ ਆਏਗਾ? ਦੇਖੋ GOF ਜਿਹੜਾ ਆਏਗਾ ਉਹਦਾ ਡੋਮੇਨ ਸੈੱਟ ਹੋਏਗਾ A ਸੈੱਟ, यानी कि 2 3 4 5 ओके। और वो कितों तक वेरी करेगा? वो वेरी करेगा 7 11 एंड 15, यानी कि ਉਹਦੇ ਰੇਂਜ ਦੇ ਐਲੀਮੈਂਟਸ ਆ ਆਣਗੇ। ਹੁਣ ਦੇਖੋ ਆਪਾਂ ਕਿਵੇਂ ਕਰਦੇ ਹਾਂ, ठीक है। GOF पहले ਆਪਾਂ ਇਸ ਐਲੀਮੈਂਟ ਤੇ ਕੱਢਦੇ ਹਾਂ GOF2, ਇਹਦਾ ਮਤਲਬ ਕੀ ਹੋਏਗਾ ਬਾਈ ਡੈਫੀਨੇਸ਼ਨ G of F2। ਹੁਣ F2 ਦੀ ਵੈਲਿਊ ਕਿੰਨੀ ਹੈ? F2 ਦੀ ਵੈਲਿਊ ਆਪਾਂ ਨੂੰ ਗਿਵਨ ਹੈ 3, ਤਾਂ ਆ ਕੀ ਆ ਗਿਆ G3। ਹੁਣ G3 ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ ਆਪਾਂ ਨੂੰ 7, ਤਾਂ GOF at 2 ਡੋਮੇਨ ਵੈਲਿਊ ਇਜ਼ 2 ਹੇਅਰ, ਤਾਂ ਕਿੰਨੀ ਵੈਲਿਊ ਆਈ ਹੈ 7। ओके देखते जाना ਇਹ ਰੇਂਜ ਸੈੱਟ ਵਿੱਚ ਹੀ ਆਣਗੇ ਐਲੀਮੈਂਟਸ। ਹੁਣ ਆ ਜਾਓ ਆਪਾਂ GOF 3 ਦੇ ਆ ਜਾਓ। ਓਕੇ ਇਹਦਾ ਕੀ ਮਤਲਬ ਬਣੇਗਾ F3 ਦੀ ਵੈਲਿਊ ਆਪਾਂ ਨੂੰ ਕਿੰਨੀ ਹੈ 4, ਔਰ G4 ਦੀ ਵੈਲਿਊ ਕਿੰਨੀ ਹੈ 7। ਹੁਣ ਆ ਜਾਓ GOF4 ਤੇ ਕੱਢਦੇ ਆ ਆਪਾਂ, ਠੀਕ ਹੈ। ਦਿਸ ਮੀਨਸ F4 ਦੀ ਵੈਲਿਊ ਕਿੰਨੀ ਹੈ? F4 is 5, और G5 ਦੀ ਵੈਲਿਊ ਕਿੰਨੀ ਹੈ? that is 11, ਠੀਕ ਹੈ। ਲਾਸਟ ਵੈਲਿਊ ਕੱਢਦੇ ਆ GOF at 5, the GOF by definition it becomes F5 ਕਿੰਨਾ ਹੈ? that is given to us as 5, और G5 ਕਿੰਨਾ ਹੈ? that is 11। ਦੇਖੋ ਹੁਣ ਇਹਦੇ ਵਾਲੇ ਸਾਰੇ ਐਲੀਮੈਂਟਸ ਹੀ ਆਏ ਨੇ ਆਪਣੇ ਕੋਲ। ਆ ਗਿਆ ਆਪਣੇ ਕੋਲ ਕਿ ਆਪਾਂ ਕੰਬੀਨੇਸ਼ਨ ਕਿਵੇਂ ਕੀਤਾ, ਔਰ ਦਿਸ ਕੰਬੀਨੇਸ਼ਨ ਇਜ਼ ਫਰੋਮ A to C। ਵੈਰੀ ਈਜ਼ੀ ਐਗਜ਼ਾਮਪਲ ਕਿ ਕਿਵੇਂ ਦੋ ਫੰਕਸ਼ਨਸ ਨੂੰ ਆਪਾਂ ਜਿਹੜਾ ਹੈਗਾ ਕੰਬਾਈਨ ਕਰਕੇ ਇੱਕ ਨਵਾਂ ਫੰਕਸ਼ਨ ਲਿਆ ਸਕਦੇ ਹਾਂ। ਲੈਟਸ ਅੰਡਰਸਟੈਂਡ ਦਿਸ ਟੌਪਿਕ ਕੰਪੋਜੀਸ਼ਨ ਆਫ ਫੰਕਸ਼ਨ ਵਿਦ ਅਨਦਰ ਐਗਜ਼ਾਮਪਲ। ਸੀ ਉਹ ਕਹਿੰਦਾ ਹੁਣ ਤੁਸੀਂ ਦੋਨੋਂ ਕੰਪੋਜੀਸ਼ਨ ਕਰਕੇ ਦਿਖਾਣੇ ਆ GOF FOG, ਔਰ ਫੰਕਸ਼ਨਸ ਕਿਵੇਂ ਦਿੱਤੇ ਆਪਾਂ ਨੂੰ ਫਰੋਮ ਸੈਟ ਆਫ ਰੀਅਲਸ ਟੂ ਸੈਟ ਆਫ ਰੀਅਲਸ। G function is another set of reals to set of reals, defined by fx is cos x, gx is 3x square। देखो ਇਸ ਡੈਫੀਨੇਸ਼ਨ ਦੇ ਵਿੱਚ ਮੈਂ ਤੁਹਾਨੂੰ GOF ਕੀ ਦੱਸਿਆ ਹੈ, ਆਪਾਂ GOFX ਨੂੰ ਕਿਵੇਂ ਦੱਸ ਸਕਦੇ ਹਾਂ? the G of fx, ਤਾਂ ਫਿਰ FOG ਕੀ ਹੋਏਗਾ, है ना, क्योंकि ये आ जाएगा फिर G of y। ओके क्यों? क्योंकि एक फंक्शन A to B है, अगर x ਇਹਦੇ ਐਲੀਮੈਂਟਸ ਨੇ ਤੇ ਇਹਦੇ ਐਲੀਮੈਂਟਸ ਹੋਣਗੇ y, ਇਹਦੇ ਐਲੀਮੈਂਟਸ ਕੀ ਹੋਣਗੇ y to z। ਇਹਦਾ ਮਤਲਬ ਅਗਰ fx ਐਲੀਮੈਂਟ ਹੈ ਤਾਂ ਉਹ ਐ ਬਣੇਗਾ, ਔਰ fog ਹੈ ਤਾਂ f of gy ਬਣੇਗਾ। ਇਹ ਆਪਾਂ ਗੱਲਾਂ ਧਿਆਨ ਰੱਖਣੀਆਂ, ਰਾਈਟ। ਚਲ ਹੁਣ ਲੇਕਿਨ ਕਿਉਂਕਿ ਇੱਥੇ ਸੈਟਸ ਸੇਮ ਨੇ ਤਾਂ ਉਹਦੇ ਵਿੱਚ ਵੇਰੀਏਬਲਸ ਵੀ ਫਿਰ ਸੇਮ ਹੋਣਗੇ। ਇੱਥੇ ਤਾਂ ਸੈਟ ਆਪਾਂ ਡਿਫਰੈਂਟ ਲੈ ਰਹੇ ਹਾਂ ਨਾ। ਚਲੋ ਆਪਾਂ ਹੁਣ ਇੱਥੇ GOF ਕੱਢਦੇ ਹਾਂ ਪਹਿਲੇ ਤਾਂ GOF of x is element belongs to set of reals, so by definition it becomes GOFX। ਹੁਣ fx ਕੀ ਹੈ? cos of x, ਠੀਕ ਹੈ। ਹੁਣ cos ਆਪਣਾ ਇਹ g ਫੰਕਸ਼ਨ ਦੇ ਅੰਦਰ ਆ ਗਿਆ, ਠੀਕ ਹੈ, ਉਹਦੀ ਡੋਮੇਨ ਬਣ ਗਿਆ। ਹੁਣ g ਫੰਕਸ਼ਨ ਦੀ ਅਗਰ ਆਪਾਂ x ਡੋਮੇਨ ਲੈਣੇ ਆ ਤਾਂ ਵੈਲਿਊ ਆਉਂਦੀ ਹੈ 3x², ਤਾਂ g ਫੰਕਸ਼ਨ ਦੀ ਅਗਰ cos x ਡੋਮੇਨ ਲਵਾਂਗੇ ਤਾਂ ਕੀ ਬਣੇਗਾ, यानी कि जो भी ਇੱਥੇ ਹੈ ਉਹਦੀ ਜਗ੍ਹਾ ਤੇ ਆਪਾਂ ਕੀ ਭਰ ਰਹੇ ਹਾਂ ਹੁਣ cos x, ਤਾਂ x ਦੀ ਜਗ੍ਹਾ ਤੇ cos x ਭਰ ਦੋ, ਹੋਲ ਸਕੁਅਰ ਹੋਵੇ ਦਾ ਹੋਵੇ, ਤਾਂ GOF ਕੀ ਆਇਆ 3 cos ਸਕੁਅਰ x। ਇਹ ਆਪਾਂ ਕੱਢ ਕੇ ਰੱਖ ਲਿਆ। ਹੁਣ ਕੱਢੋ f of g, ਇਹ ਵੀ x ਹੈ, ਕਿਉਂ x to x, ਫਿਰ ਉਹੀ ਆਪਣੇ ਕੋਲ ਫੰਕਸ਼ਨਸ ਆ ਰਹੇ ਨੇ, ठीक है। ये आ गया gx फंक्शन की है 3x², तो ਇਹਦਾ मतलब ਹੁਣ f फंक्शन ਦੀ ਡੋਮੇਨ ਕੀ ਆ ਗਈ 3x²। ਹੁਣ ਫੰਕਸ਼ਨ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਚੱਲੋ, ਅਗਰ ਫੰਕਸ਼ਨ ਦੇ ਅੰਦਰ x ਹੈ ਤਾਂ cos x ਹੈ, ਜਿੱਥੇ ਜਿੱਥੇ x ਹੈ ਉਹਦੀ ਜਗ੍ਹਾ ਤੇ ਆਪਾਂ ਹੁਣ ਕੀ ਭਰਨਾ ਹੈ
3x स्क्वायर ਤਾਂ ਇੱਥੇ ਕੀ ਆ ਗਿਆ ਫਿਰ 3x स्क्वायर। ਹੁਣ ਆ ਆਪਣੇ ਕੋਲ ਬਣਿਆ f of g x। इन दोनों ਨੂੰ ਮਿਲਾ ਕੇ ਦੇਖੋ क्या सेम है, नहीं है, ਤਾਂ ਇੱਥੇ ਪ੍ਰੂਫ ਵੀ ਹੋ ਗਿਆ कि GOF is not equal to f of g। ਕੰਪੋਜੀਸ਼ਨਸ ਆਫ ਫੰਕਸ਼ਨਸ ਨੂੰ ਆਪਾਂ ਇੱਕ ਹੋਰ ਐਗਜ਼ਾਮਪਲ ਨਾਲ ਸਮਝਦੇ ਹਾਂ, ਠੀਕ ਹੈ। Let we have a function f defined from b to a given by fx is equal to 3x plus 4 5x minus 7। डिनोमिनेटर ਜਿਹੜਾ ਹੈਗਾ ਉਹ 0 ਨਹੀਂ ਹੋਣਾ ਚਾਹੀਦਾ, ਇਹਦਾ ਮਤਲਬ x should not be equal to 7 over 5, ਠੀਕ। दूसरा फंक्शन ਆਪਾਂ डिफाइन ਕੀਤਾ है from a to b and is given by gx is equal to 7x plus 4 5x minus 3। डिनोमिनेटर फिर 0 नहीं होना चाहिए, ਇਹਦਾ ਮਤਲਬ x ਦੀ ਵੈਲਿਊ 3/5 ਦੇ ਬਰਾਬਰ ਨਹੀਂ ਹੋਣੀ ਚਾਹੀਦੀ। where a is given by set of reals minus 3/5, b is given by set of reals minus 7/5। ਉਹਨਾਂ ਵਿੱਚੋਂ ਮਾਈਨਸ ਕਰ ਦਿੱਤਾ ਕਿਉਂਕਿ ਅਗਰ a ਦੀ ਵੈਲਿਊ ਆ 3/5 ਆਪਾਂ ਮਾਈਨਸ ਨਾ ਕੀਤੀ ਤਾਂ g ਫੰਕਸ਼ਨ 0 ਹੋ ਜਾਏਗਾ, ਹੈ ਨਾ, ਨੋਟ ਡਿਫਾਈਨ। ਔਰ ਅਗਰ b ਦੀ ਵੈਲਿਊ ਵਿੱਚੋਂ ਆਪਾਂ 7/5 ਮਾਈਨਸ ਨਾ ਕੀਤਾ ਤਾਂ f ਫੰਕਸ਼ਨ ਜਿਹੜਾ ਹੈ ਉਹ ਨੋਟ ਡਿਫਾਈਨ ਹੋ ਜਾਏਗਾ। ਹੁਣ ਉਹ ਕਹਿੰਦਾ ਹੈ ਕਿ ਤੁਸੀਂ ਇਹ ਪ੍ਰੂਫ ਕਰਕੇ ਦਿਖਾਓ ਕਿ f of g ਜੋ ਹੈ ਉਹ ਆਇਡੈਂਟੀਟੀ ਫੰਕਸ਼ਨ ਹੈ ਐਂਡ ਇਟਸ ਵੈਲਿਊ ਇਕੁਅਲ ਟੂ x ਫॉर all x belongs to a। ਐਂਡ ਜਿਹੜਾ gof ਫੰਕਸ਼ਨ ਹੈ ਉਹਦੀ ਵੈਲਿਊ ਆਇਡੈਂਟੀਟੀ ਵੈਲਿਊ from set b and it is equal to x for all x belongs to b। I a और I b क्या है? These are identity sets। I a and I b are identity functions on the sets a and b। Okay, so a अपने कोल एक होर एग्जांपल आ गई। ਹੁਣ ਆਪਾਂ ਇਹਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਆ ਚੀਜ਼ ਡਿਫਾਈਨ ਕਰਦੇ ਹਾਂ f of g x, ਤਾਂ ਇੱਥੇ ਬਣ ਜਾਏਗਾ gx, ਠੀਕ ਹੈ। ਹੁਣ ਇੱਥੇ gx ਦੀ ਵੈਲਿਊ ਕਿੰਨੀ ਹੈ ਆਪਣੇ ਕੋਲ? ਇਹ ਹੈਗੀ ਹੈ 7x plus 4 5x minus 3। ਚਲੋ ਇਹ ਫੰਕਸ਼ਨ ਬਣ ਗਿਆ ਆਪਣੇ ਕੋਲ fx। ਇੱਥੇ x ਹੈ ਤਾਂ ਆ ਵੈਲਿਊ ਆ ਜਾਂਦੀ ਹੈ ਤੇ ਫੰਕਸ਼ਨ ਦੇ ਵਿੱਚ ਅਗਰ ਆ ਹੋਵੇ ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ ਆਪਾਂ ਆ ਵੈਲਿਊ ਭਰ ਦਾਂਗੇ। ਹੁਣ ਤਾਂ ਕੀ ਬਣੂਗਾ ਆਪਣੇ ਕੋਲ ਇਹਦੇ ਅਕੋਰਡਿੰਗ ਬਾਈ ਡੈਫੀਨੇਸ਼ਨ? ਇੱਥੇ ਆਏਗਾ 7x plus 4 5x minus 3, ठीक है, प्लस 4 डिवाइडेड बाय 5 7x plus 4 5x minus 3 minus 3। ਚਲੋ ਜੇ ਆਪਾਂ ਇਹਨੂੰ ਹੁਣ ਸੋਲਵ ਕਰਦੇ ਹਾਂ ਤਾਂ ਸੋਲਵ ਕਰਕੇ ਮੇਰੇ ਕੋਲ ਆ ਜਾਏਗਾ 41x over 41। this is equal to x and x is equal to identity matrix, identity functions। ओके, ए अपने को आ गया f of g is equal to ia। ਹੁਣ ਅੱਗੇ ਕਰ ਲੈਣੇ ਆ, ਅਗਲਾ ਸੋਲਵ ਕਰ ਲੈਣੇ ਆ, ਠੀਕ ਹੈ। gof, ਚਲੋ gof ਸੋਲਵ ਕਰਦੇ ਆ ਆਪਾਂ। ਆ ਵਾਲਾ gof x this is equal to gfx। ਹੁਣ fx ਦੀ ਵੈਲਿਊ ਕਿੰਨੀ ਹੈ? fx ਦੀ ਵੈਲਿਊ ਹੈ 3x plus 4 over 5x minus 7। ਹੁਣ ਇਹਦੇ ਵਿੱਚ ਭਰ ਦਾਂਗੇ ਤਾਂ ਕੀ ਬਣੂਗਾ ਆਪਣੇ ਕੋਲ 7 3x plus 4 over 5x minus 7 plus 4 divided by 5 of this 3x plus 4 5x minus 7 minus 3। ਹੁਣ ਇਹਨੂੰ ਸੋਲਵ ਕਰਦੇ ਹਾਂ। तो ਆਪਾਂ ਇਹਨੂੰ ਸੋਲਵ ਕੀਤਾ ਤਾਂ ਆਪਣੇ ਕੋਲ ਆ ਜਾਏਗਾ 41x over 41 and this is equal to x। gof is equal to identity functions on set b। ਤਾਂ ਇਹਨੂੰ ਆਪਾਂ ਹੁਣ ਕੱਢ ਕੇ ਰੱਖ ਲਿਆ। ਹੁਣ ਆਪਾਂ ਕੱਢਦੇ ਹਾਂ f of g। f of g this is equal to gx। gx ਦੀ ਵੈਲਿਊ ਹੈਗੀ ਆਪਣੇ ਕੋਲ 7x plus 4। ਚਲੋ ਆ ਫੰਕਸ਼ਨ ਦੀ ਵੈਲਿਊ ਆਪਾਂ ਇੱਥੇ ਭਰਦੇ ਹਾਂ। ਹੁਣ ਜਿੱਥੇ ਜਿੱਥੇ x ਹੈ ਉੱਥੇ ਉੱਥੇ ਆ ਵੈਲਿਊ ਭਰਾਂਗੇ ਸਾਰੇ। 3
ਇਹਦੀ ਜਗ੍ਹਾ ਤੇ x ਦੀ ਜਗ੍ਹਾ ਤੇ ਮੈਂ ਆ ਭਰ ਰਿਹਾ ਹੁਣ ਸਾਰੀ ਵੈਲਿਊ 7x plus 4 5x minus 3 plus 4 divided by 7x plus 4 5x minus 3 minus 7 ਤਾਂ ਜਦੋਂ ਆਪਾਂ ਇਹਨੂੰ ਸੋਲਵ ਕੀਤਾ ਤਾਂ ਸੇਮ ਆਨਸਰ ਆਇਆ ਜੋ ਆਪਾਂ GOFF ਵਾਲਾ ਕੱਢਿਆ ਸੀ ਜਾਂ f of g ਬਿਲਕੁਲ ਸੇਮ ਆਨਸਰ ਆਇਆ 41x over 41 this is equal to x and this x is for all x belongs to set A ਤਾਂ ਇੱਥੇ ਆਪਾਂ ਕੀ ਕੱਢਿਆ ਹੁਣ कि f of gx is equal to x for all x belongs to A and GOF x this is equal to x for all x belongs to B. ठीक, that means this is the proof of the given example जो मांग रहा सीगा. These are the identity functions for the sets A and B. ਇੱਥੋਂ ਆਪਾਂ ਕੀ proof ਕੀਤਾ ਹੈ? These are the IA and IB are the identity functions on the sets A and B. Okay. Now we shall start with the invertible functions. ਕਿਵੇਂ ਆਪਾਂ ਇੱਕ ਦੂਜੇ ਫੰਕਸ਼ਨਸ ਦੇ ਇਨਵਰਸ ਕੱਢ ਸਕਦੇ ਹਾਂ without actually calculating the inverse. So what is the definition for that? Invertible functions ਦੀ ਤਰਫ ਚੱਲਦੇ ਹਾਂ ਆਪਾਂ. Invertible functions ਕੀ ਹੁੰਦੇ ਨੇ? Definition ਕੀ ਹੈ? A function f from x to y, domain is x set, range is y set, is defined to be invertible function if there exists, this is the symbol of there exists, a function g from y to x यानी कि ਜਿਹੜੇ f ਫੰਕਸ਼ਨ ਦੀ ਰੇਂਜ ਹੈ ਉਹ g ਫੰਕਸ਼ਨ ਦੀ ਡੋਮੇਨ ਬਣੇ ਔਰ ਜਿਹੜੀ ਉਹਦੀ ਡੋਮੇਨ ਸੀ ਉਹ ਉਹਦੀ ਰੇਂਜ ਬਣ ਜਾਏ such that GOF of the function is equal to identity function for all x ਇੱਥੇ ਆਪਾਂ ਲਿਖ ਸਕਦੇ ਹਾਂ for all x belongs to capital X and f of gy function is equal to identity function where y belongs to capital Y. Then g function is called inverse of f and is denoted by f inverse यानी कि g is equal to f of inverse. ਇਹ ਆਪਣੀ ਡੈਫੀਨੇਸ਼ਨ ਬਣਦੀ ਹੈ ਆਪਾਂ ਜੋ ਵੀ ਹੁਣ ਕੁਐਸਚਨ ਕਰਾਂਗੇ ਆਪਾਂ ਆ ਚੀਜ਼ ਨੂੰ ਪ੍ਰੂਵ ਕਰਕੇ ਦਿਖਾਵਾਂਗੇ ਜਦੋਂ ਇਹ ਪ੍ਰੂਫ ਹੋ ਜਾਏਗਾ that means that given function is invertible function. ਇੱਕ ਹੋਰ ਫੀਚਰ ਹੈ ਕਿ ਅਗਰ ਕੋਈ ਫੰਕਸ਼ਨ ਇਨਵਰਟੀਬਲ ਹੈਗਾ ਤਾਂ ਉਹ ਮਸਟ 1 1 ਵੀ ਹੋਏਗਾ ਔਰ on to ਵੀ ਹੋਏਗਾ ਐਂਡ ਵਾਈਸ ਵਰਸਾ. ਇਹਦਾ ਕੀ ਮਤਲਬ ਹੈ ਕਿ ਅਗਰ ਕੋਈ ਫੰਕਸ਼ਨ 1 1 on to ਹੈ ਤਾਂ ਉਹ ਇਨਵਰਟੀਬਲ ਵੀ ਹੋਏਗਾ ਔਰ ਅਗਰ ਇਨਵਰਟੀਬਲ ਹੈ ਤਾਂ ਉਹ 1 1 on to ਵੀ ਹੋਏਗਾ. Let's have some examples relating to this topic. ਇਨਵਰਟੀਬਲ ਫੰਕਸ਼ਨਸ ਤੋਂ ਰਿਲੇਟਡ ਆਪਾਂ ਇੱਕ ਐਗਜ਼ਾਮਪਲ ਲੈ ਰਹੇ ਹਾਂ ਇੱਥੇ ਤੇ ਆਪਾਂ ਨੂੰ ਜ਼ਿਆਦਾ ਸਮਝ ਆ ਜਾਏਗਾ. We have a function from natural number to another set y. Capital set Y is defined as set of all elements belongs to natural numbers defined by y is equal to 4x plus 3 for some x belongs to natural numbers. Okay, and this f function is defined by fx is equal to 4x plus 3 यानी कि ਇਹ y ਫੰਕਸ਼ਨ ਹੀ ਦਿੱਤਾ ਹੋਇਆ ਆਪਾਂ ਨੂੰ ਇੱਥੇ ਜਿਹੜਾ ਡਿਫਾਈਨ ਕੀਤਾ ਹੈ ਉਹਨੇ ਤਾਂ ਇਹ ਕਹਿ ਰਿਹਾ ਹੈ ਕਿ ਜਿਹੜਾ f ਫੰਕਸ਼ਨ ਹੈ ਉਹਨੂੰ ਤੁਸੀਂ ਇਨਵਰਟੀਬਲ ਪ੍ਰੂਵ ਕਰਕੇ ਦਿਖਾਓ. ਤਾਂ ਆਪਾਂ ਡੈਫੀਨੇਸ਼ਨ ਚੱਲਦੇ ਹਾਂ. ਸਭ ਤੋਂ ਪਹਿਲਾਂ ਆਪਾਂ GOF ਕੱਢ ਲੈਂਦੇ ਹਾਂ. ਠੀਕ ਹੈ, GOFX this is equal to G of fx. ਹੁਣ ਆਪਾਂ ਨੂੰ ਦੇਖੋ ਇਹਦੇ ਪਹਿਲੇ ਆਪਾਂ ਕਿਉਂ ਨਾ f ਫੰਕਸ਼ਨ ਆਪਾਂ ਨੂੰ ਦਿੱਤਾ ਹੀ ਹੋਇਆ ਹੈ क्यों ना ਆਪਾਂ ਇੱਕ g ਵੀ ਡਿਫਾਈਨ ਕਰ ਲਈਏ. ਇੱਥੇ ਡੈਫੀਨੇਸ਼ਨ ਕੀ ਕਹਿੰਦੀ ਹੈ ਕਿ f ਫੰਕਸ਼ਨ ਇਨਵਰਟੀਬਲ ਹੋਏਗਾ ਅਗਰ ਇੱਕ ਫੰਕਸ਼ਨ ਐਗਜ਼ਿਸਟ ਕਰਦਾ ਹੈ ਤਾਂ ਆਪਾਂ ਪਹਿਲੇ ਸਭ ਤੋਂ ਪਹਿਲਾਂ ਆਹੀ ਲੈ ਲੈਣੇ ਆ ਬਾਈ ਡੈਫੀਨੇਸ਼ਨ ਜੋ ਉਹਨੇ ਆਪਾਂ ਨੂੰ ਦਿੱਤਾ ਹੈ y is equal to 4x plus 3 ਤਾਂ ਇੱਥੋਂ ਇੱਕ ਤੁਸੀਂ ਫੰਕਸ਼ਨ ਡਿਫਾਈਨ ਕਰੋ ਇਨ ਟਰਮਸ ਆਫ y ਤਾਂ ਕੀ ਆ ਜਾਏਗਾ ਇੱਥੇ x ਦੀ ਵੈਲਿਊ ਆਏਗੀ y minus 3 over 4. This is a function of y. ठीक है, ਤਾਂ ਜਿਵੇਂ ਇੱਥੇ ਆਪਾਂ ਲਿਖਦੇ ਹਾਂ ਨਾ function of x ਨੂੰ ਆਪਾਂ y ਲਿਖ ਦਿੰਦੇ ਹਾਂ y is a function of x. Similarly x is a function of y. ਤਾਂ ਇੱਥੇ ਆਪਾਂ ਇੱਕ ਡਿਫਾਈਨ ਕਰ ਲਿਆ. ਠੀਕ ਹੈ, ਇਹ function of y. ਹੁਣ ਆਪਾਂ ਕੈਲਕੂਲੇਟ ਕਰਦੇ ਹਾਂ ਜਿਹੜੇ ਆਪਾਂ ਕੈਲਕੂਲੇਟ ਕਰਕੇ ਦਿਖਾਣੇ ਆ g of f यानी कि g of fx
ਇੱਥੇ fx ਦੀ ਵੈਲਿਊ ਪੁੱਟ ਕਰੀਏ, fx ਦੀ ਵੈਲਿਊ ਹੈਗੀ ਹੈ 4x + 3 ਓਕੇ। ਔਰ ਹੁਣ ਆ ਵੈਲਿਊ ਆਪਾਂ ਇਹਦੇ ਥਰੂ ਕੱਢਦੇ ਹਾਂ ਜੋ ਆਪਾਂ ਡਿਫਾਈਨ ਕੀਤਾ, ਵੀ ਡਿਫਾਈਨ ਦਿਸ ਓਕੇ। ਤਾਂ ਇੱਥੇ ਭਰਦੇ ਹਾਂ ਆਪਾਂ y ਦੀ ਜਗ੍ਹਾ ਤੇ, ਇੱਥੇ ਆ ਜਾਏਗਾ 4x + 3 - 3 ਡਿਵਾਈਡਡ ਬਾਈ 4। ਮੈਂ ਕੀ ਕੀਤਾ, gy y ਦੀ ਵੈਲਿਊ ਇੱਥੇ ਭਰਤੀ, ਉਹ ਆ ਹੈ ਆਪਣੇ ਕੋਲ gy y ਦੀ ਵੈਲਿਊ ਆ ਗਈ, ਠੀਕ ਹੈ। ਉਹ ਮੈਂ ਇੱਥੇ y ਦੀ ਜਗ੍ਹਾ ਤੇ ਭਰਤੀ। ਤਾਂ 3 ਨਾਲ 3 ਕੈਂਸਲ, 4 ਨਾਲ 4 ਕੈਂਸਲ, ਦਿਸ ਇਜ਼ x। ਤਾਂ ਮੇਰੇ ਕੋਲ ਕੀ ਆਇਆ, GOF x = x। ਆ ਕੱਢ ਕੇ ਰੱਖ ਲਿਆ। ਹੁਣ ਆਪਾਂ f of g ਕੱਢ ਲੈਂਦੇ ਆ, f of g, ਠੀਕ ਹੈ। ਇਹ ਆ ਗਿਆ f of gy। gy ਦੀ ਵੈਲਿਊ ਕਿੰਨੀ ਹੈ, y - 3/4। ਚਲੋ ਹੁਣ ਇਹਨੂੰ ਪੁੱਟ ਕਰਦੇ ਆ ਫੰਕਸ਼ਨ ਦੇ ਵਿੱਚ, fx ਫੰਕਸ਼ਨ ਦੇ ਵਿੱਚ। ਅਗਰ x ਹੈ ਤਾਂ 4x + 3, ਔਰ y ਦੇ ਅੰਦਰ ਹੁਣ ਡੋਮੇਨ ਦੀ ਵੈਲਿਊ ਕਿੰਨੀ ਹੈ, y - 3/4। ਤਾਂ ਇੱਥੇ ਭਰ ਦਿੰਦੇ ਆ 4y - 3/4, ਠੀਕ ਹੈ, +3। ਹੁਣ ਇਹਨੂੰ ਕੈਲਕੂਲੇਟ ਕਰਾਂਗੇ ਤਾਂ ਕਿੰਨੀ ਵੈਲਿਊ ਆ ਜਾਏਗੀ, y ਆ ਗਈ। ਦੇਖੋ ਆਇਡੈਂਟੀਟੀ ਫੰਕਸ਼ਨਸ ਆਈ ਜਾ ਰਹੇ ਨੇ, है ना। दिस shows that g of fx is equal to in and f of gy is equal to capital Y। ਆ ਦੇਖੋ ਤੇ ਆ ਕੀ ਸੀਗਾ, x ਕਿਹਦੇ ਨਾਲ ਬਿਲੋਂਗ ਕਰਦਾ ਹੈ, ਨੈਚੁਰਲ ਨੰਬਰ ਨਾਲ। ਤਾਂ ਦੋਨੋਂ ਜਗ੍ਹਾ ਤੇ ਆਪਣੇ ਕੋਲ ਆਇਡੈਂਟੀਟੀ ਫੰਕਸ਼ਨਸ ਆ ਗਏ। that means by definition f is invertible। अच्छा invertible ਤਾਂ ਹੈ ਤੇ ਇਨਵਰਸ ਕੀ ਹੋਏਗਾ, g is the inverse of this। ਉਹ ਕਹਿੰਦੇ ਨਾ find inverse also, ਤਾਂ g is the inverse of f। okay, so this is one of the examples ਕਿ ਆਪਾਂ invertible functions ਦੀ definition ਨੂੰ ਕਿਵੇਂ satisfy ਕਰ ਸਕਦੇ ਹਾਂ with the help of examples, ਠੀਕ। ਔਰ examples ਦੇ ਵਿੱਚ ਆਪਾਂ definition ਨੂੰ ਕਿਵੇਂ set ਕਰ ਸਕਦੇ ਹਾਂ। ਆਪਾਂ ਇੱਥੇ ਇੱਕ ਹੋਰ example ਲਈ ਹੈ। ਇੱਕ function ਹੈ that is defined from natural number to set y, domain is natural number and set y is this। ਆ ਕੀ ਹੈ, n square ਵਾਲੇ ਸਾਰੇ elements, n ਕਿੱਥੇ belong ਕਰਦੇ ਹੈ, set of natural number, and this whole thing is subset of natural numbers। और f फंक्शन किमें डिफाइन किया गया है, f of the domain set n is equal to n square। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਕਿਹਾ ਹੈ, f ਤਾਂ ਉਹਨੇ ਦੇਤਾ ਆਪਾਂ ਨੂੰ, ਆਪਾਂ g ਡਿਫਾਈਨ ਕਰਦੇ ਹਾਂ ਸਭ ਤੋਂ ਪਹਿਲਾਂ। ਹੁਣ ਇੱਥੇ ਆ ਜਾਓ, ਠੀਕ ਹੈ, f of n ਹੈ ਤਾਂ ਇਹਦੀ ਰੇਂਜ ਕਿੰਨੀ ਬਣੇਗੀ, y। ਤਾਂ here y is equal to n square। ਤਾਂ n ਦੀ ਵੈਲਿਊ ਕੀ ਆ ਗਈ ਫਿਰ, y ਅੰਡਰ ਦੀ ਰੂਟ, ठीक। जिवें आप y = fn ले रहे हैं तो n की वैल्यू क्या आएगी, फिर दिस इज ए फंक्शन ऑफ y। तो इत्थे आ गया दिस इज ए फंक्शन ऑफ y। आ आप डिफाइन कर लिया, ठीक। यानी कि एक fn फंक्शन दे लिए अपने को gy फंक्शन एग्जिस्ट करता है। तो हुण आप डेफिनेशन नूं प्रूव कर दिंने आ। डेफिनेशन में सब तो पहले तुसीं की कढना है, gof। तो gof कढ लो। ਹੁਣ ਆਪਾਂ ਆ ਲੈ ਰਹੇ ਹਾਂ, n ਲੈ ਰਹੇ ਹਾਂ, ਠੀਕ ਹੈ, ਇਹਦੀ ਡੋਮੇਨ n ਹੈ ਤਾਂ x ਦੀ ਜਗ੍ਹਾ n ਲੈ ਰਹੇ ਹਾਂ ਆਪਾਂ। ਇੱਥੇ ਕਿੰਨਾ ਆ ਜਾਏਗਾ, fn ਦੀ ਵੈਲਿਊ ਕਰੋ g of n square, ਠੀਕ। ਆ ਯੂਜ਼ ਕਰ ਲਓ। ਹੁਣ y ਦੀ ਜਗ੍ਹਾ n square ਭਰੋ ਤਾਂ ਇੱਥੇ ਕਿੰਨਾ ਆ ਜਾਏਗਾ, n square ਅੰਡਰ ਰੂਟ ਔਰ ਸਕੁਅਰ ਕੈਨਸਲ, here we have n। f of g ਕੱਢ ਲੈਂਦੇ ਆ, f of gy gy ਦੀ ਵੈਲਿਊ ਭਰੋ ਇੱਥੋਂ, gy ਦੀ ਵੈਲਿਊ ਹੈ y ਅੰਡਰ ਦੀ ਰੂਟ ਔਰ n ਨੂੰ ਹੁਣ ਫੰਕਸ਼ਨ ਦੇ ਵਿੱਚ ਭਰੋ। ਆਹ ਵਾਲਾ ਯੂਜ਼ ਕਰਦੇ ਆ ਤਾਂ y ਅੰਡਰ ਰੂਟ ਦਾ ਸਕੁਅਰ, ਹੁਣ ਸਕੁਅਰ ਅੰਡਰ ਰੂਟ ਫਿਰ ਕੈਨਸਲ, ਇੱਥੇ ਆ ਗਿਆ y। ਇੱਥੇ ਹੁਣ ਕੀ ਸ਼ੋ ਕਰ ਰਿਹਾ ਹੈ, ਦਿਸ ਸ਼ੋਜ਼ ਦੈਟ GOFN is equal to IN, ठीक है, यानी कि आइडेंटिटी फंक्शंस। और f of g की डिनोट कर रहे हैं अपन I of y, that means f is invertible and inverse is g is the inverse of f। बिल्कुल इजी क्वेश्चंस ने, बस तुहानू
ਸਿਰਫ ਡੈਫੀਨੇਸ਼ਨ ਯਾਦ ਕਰਨੀ ਪਏਗੀ। ਹੁਣ ਇਹਦੇ ਤੋਂ ਰਿਲੇਟਡ ਜਿਹੜੀ ਤੁਹਾਡੀ ਐਕਸਰਸਾਈਜ਼ ਨੇ, ਹੋਰ ਐਗਜ਼ਾਮਪਲ ਜਿਹੜੀਆਂ ਨੇ, ਤੁਸੀਂ ਉਹਨਾਂ ਨੂੰ ਟਰਾਈ ਕਰੋ। ਨਹੀਂ ਅਗਰ ਪ੍ਰੋਬਲਮਸ ਆ ਰਹੀਆਂ, ਨਹੀਂ ਆ ਉਹਦੇ ਵਿੱਚ ਆਪਾਂ ਨੂੰ ਸੋਲਵ ਕਰਨੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ, ਤਾਂ ਕੋਈ ਗੱਲ ਨਹੀਂ, ਯੂ ਕੈਨ ਕਾਲ ਮੀ ਡਾਇਰੈਕਟਲੀ, ਗਿਵ ਮੀ ਈਮੇਲ, ਠੀਕ ਹੈ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਆਪਣੇ ਫੋਨ ਨੰਬਰ ਔਰ ਈਮੇਲ ਆਈਡੀ ਮੈਂ ਲਿਖੀ ਹੋਈ ਹੈ, ਤਾਂ ਤੁਸੀਂ ਮੈਨੂੰ ਡਾਇਰੈਕਟਲੀ ਜਿਹੜਾ ਹੈ ਪ੍ਰੋਬਲਮਸ ਲਈ ਜਿਹੜਾ ਹੈ ਕੰਟੈਕਟ ਕਰ ਸਕਦੇ ਹੋ। ਹਾਂ, ਤੁਸੀਂ ਇਸ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਬੈਲ ਆਈਕਨ ਦੇ ਉੱਪਰ ਕਲਿੱਕ ਕਰਨਾ ਨਾ ਭੁੱਲਿਓ, ਤਾਂ ਕਿ ਮੇਰੇ ਨਵੇਂ ਲੈਕਚਰਸ ਦੇ ਹਰ ਇੱਕ ਟੌਪਿਕ ਦੇ ਤੁਹਾਨੂੰ ਨੋਟੀਫਿਕੇਸ਼ਨਸ ਮਿਲਦੇ ਰਹਿਣ ਔਰ ਤੁਹਾਡਾ ਕੋਈ ਵੀ ਟੌਪਿਕ ਮਿਸ ਨਾ ਹੋਵੇ। ਔਰ ਹੁਣ ਆਪਾਂ ਨੈਕਸਟ ਔਰ ਲਾਸਟ ਟੌਪਿਕ ਦੇ ਵਿੱਚ ਮਿਲਾਂਗੇ, ਜਿਹੜਾ ਰਿਲੇਸ਼ਨ ਔਰ ਫੰਕਸ਼ਨ ਚੈਪਟਰ ਦਾ ਲਾਸਟ ਟੌਪਿਕ ਹੈ, ਦੈਟ ਇਜ਼ ਬਾਈਨਰੀ ਫੰਕਸ਼ਨਸ। ਓਕੇ, ਸੀ ਯੂ ਫॉर द नेक्स्ट टाइम।